ਇਹ ਬੇਅਦਬੀ ਪਹਿਲੀ ਵਾਰੀ ਹੋਈ ਨਾ, ਇਹ ਹੁੰਦੀ ਆ ਰਹੀ ਆ। ਅਸੀਂ ਬੜੇ ਧਰਨੇ ਮਾਰੇ ਉਹ ਚੀਜ਼ ਦੇ ਉੱਪਰ, ਸਰਕਾਰਾਂ ਤੋਂ ਮੰਗਾਂ ਮੰਗੀਆਂ, ਹੱਥ ਜੋੜੇ ਬਈ ਇਦਾਂ ਨਾ ਕਰੋ। ਇਹ ਜਿਹੜੇ ਗ੍ਰੰਥ ਆ ਸਾਡੇ ਪਵਿੱਤਰ ਗ੍ਰੰਥ ਆ, ਅਸੀਂ ਇਹਨਾਂ ਦਾ ਬਹੁਤ ਮਾਣ ਤਾਣ ਕਰਦੇ ਆ, ਇਹਨਾਂ ਤੋਂ ਸਭ ਕੁਝ ਸਿੱਖਦੇ ਆ। ਇਦਾਂ ਨਾ ਹੋਣ ਦਿਓ, ਐ ਨਾ ਕਰੋ ਸਰਕਾਰੋ। ਇਦਾਂ ਤੁਹਾਨੂੰ ਪਤਾ ਤੁਹਾਡੇ ਟੇਬਲਾਂ ਤੇ ਰਿਪੋਰਟਾਂ ਪਈਆਂ ਕਿ ਇਹ ਬੇਅਦਬੀਆਂ ਕਿਹਨਾਂ ਨੇ ਕਰਾਈਆਂ, ਕੁਛ ਕਰ ਲੋ ਨਾ। ਮਰਿਆ ਕੌਣ, ਜੇਲ੍ਹ 'ਚ ਕੌਣ, ਬੇਅਦਬੀ ਕਿਹਦੇ ਨਾਲ ਹੋਈ? ਜਿਹੜੇ ਇੰਟਰਨੈਟਾਂ ਤੇ ਇੰਨੇ ਜ਼ਿਆਦੇ ਫੇਕ ਅਕਾਊਂਟ ਬਣ ਕੇ ਇਹ ਗੱਲਾਂ ਦਾ ਇਹ ਕਰ ਰਿਹਾ ਕਿ ਪਤਾ ਨਹੀਂ ਬੜੀ ਵੱਡੀ ਗੱਲ ਹੋ ਗਈ। ਮੈਂ ਉਹਨਾਂ ਨੂੰ ਇਹ ਸਮਝਾਵਾਂ, ਤੁਸੀਂ ਸੋਚੋ ਇਹ ਗੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕਾਫੀ ਲੋਕ ਪੁੱਛਦੇ ਆ ਡਾਕਟਰ ਸਾਹਿਬ ਤੁਸੀਂ ਵਾਪਸ ਕਦੋਂ ਜਾਣਾ, ਤੇ ਮੈਂ ਤੁਹਾਨੂੰ ਅੱਜ ਥੋੜੀ ਜਿਹੀ ਅੱਜ ਕੀ ਹਰਕਤ ਹੋਈ, ਅੱਜ ਕੀ ਮੇਰੇ ਨਾਲ ਹੋਇਆ। ਮੇਰੀ ਕਿਸਾਨੀ ਅੰਦੋਲਨ 'ਚ ਬਣੀ ਭੂਆ, ਉਹ ਮੇਰੇ ਲਈ 2 ਕੁੜਤੇ ਪਜਾਮੇ ਲੈ ਆਏ। ਮੇਰੀ ਮਾਸੀ ਮੇਰੇ ਲਈ ਪਿੰਨੀਆਂ ਲੈ ਆਏ, ਇੱਥੇ ਹੀ ਆ ਪ੍ਰੋਗਰਾਮ ਦੇ ਵਿੱਚ ਹੀ। ਇਦਾਂ ਹੀ ਸਾਡਾ ਜਿਹੜਾ ਕੈਲੀਫੋਰਨੀਆ ਟਿਕਰੀ ਬਾਰਡਰ ਦਾ ਉਹ ਪਿਆਰ ਨਾਲ ਭਰਿਆ, ਕਿਸੇ ਦੇ ਦਿੱਤੀਆਂ ਪਿੰਨੀਆਂ, ਕਿਸੇ ਦੀ ਦਿੱਤੀ ਮੂੰਗਫਲੀ। ਸੋ ਇਹ ਤੁਹਾਡਾ ਪਿਆਰ ਹੈ ਸਾਨੂੰ ਵਾਪਸ, ਸ਼ਾਇਦ ਅਸੀਂ ਨਾ ਹੀ ਮੁੜ ਸਕੀਏ, ਮੁੜਨਾ ਹੀ ਨਹੀਂ ਹੈ ਜਦ ਤੱਕ ਇਹ 3 ਕਾਨੂੰਨ ਵਾਪਸ ਨਹੀਂ ਹੁੰਦੇ। ਡਟੇ ਆ, ਡਟੇ ਰਵਾਂਗੇ। ਜਿਹੜੀ ਅੱਜ ਦੀ ਗੱਲਬਾਤ ਆ, ਵੇਖੋ 1947 ਚ ਦੇਸ਼ ਦੇ ਟੁਕੜੇ ਹੋਏ। ਮੈਂ ਬਾਅਦ ਵਿੱਚ ਬਹੁਤ ਵਾਰੀ ਇਹ ਚੀਜ਼ ਨੂੰ ਸੋਚਿਆ, ਯਾਰ ਗੋਰੇ ਨੇ ਸਾਡੇ ਤੇ ਇੰਨਾ ਜ਼ੁਲਮ ਕੀਤਾ, ਰਾਜ ਕੀਤਾ, ਸਾਡਾ ਪੈਸਾ ਸਾਰਾ ਚੋਰੀ ਕਰ ਲਿਆ। 1947 ਵਿੱਚ ਸਾਡਾ ਦੇਸ਼ ਵੰਡਤਾ, ਤੋੜਤਾ। ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਉਹਨਾਂ ਨੂੰ ਅਸੀਂ ਭੁੱਲ ਗਏ, ਕਿਸੇ ਨੂੰ ਆਪਣਾ ਚਾਚਾ ਬਣਾ ਲਿਆ, ਕਿਸੇ ਨੂੰ ਆਪਣਾ ਬਾਪੂ ਬਣਾ ਲਿਆ, ਜਿਨ੍ਹਾਂ ਨੇ ਦੇਸ਼ ਦੀ ਵੰਡ ਪਾਈ। ਗੋਰੇ ਨੂੰ ਤੇ ਅਸੀਂ ਕੀ ਲੜਨਾ ਸੀ, ਉਹ ਪੈਸਾ ਤਾਂ ਅਸਾਂ ਕੀ ਵਾਪਸ ਲੈ ਕੇ ਆਉਣਾ ਸੀ, ਕੋਹਿਨੂਰ ਹੀਰਾ ਤੇ ਅਸੀਂ ਕੀ ਵਾਪਸ ਲੈ ਕੇ ਆਉਣਾ ਸੀ। ਆਪਣੇ ਆਪ ਵਿੱਚ ਹੀ ਲੜ ਪਏ। ਹਿੰਦੂ, ਮੁਸਲਮਾਨ, ਸਿੱਖ ਭਾਈਚਾਰਾ ਇੱਕ ਦੂਜੇ ਦੇ ਵੈਰੀ ਬਣ ਗਏ। ਜਿਹੜੇ ਕਦੀ ਇੱਕ ਦੂਜੇ ਨਾਲ ਬਾਹਾਂ 'ਚ ਬਾਹਾਂ ਪਾ ਕੇ ਗੋਰੇ ਨਾਲ ਲੜਦੇ ਸੀ ਕਿ ਅਸੀਂ ਆਜ਼ਾਦ ਭਾਰਤ ਦਾ ਸੁਪਨਾ ਲਿਆ, ਇੱਕ ਦੂਜੇ ਨਾਲ ਲੜ ਪਏ। ਇਹ ਗੋਰੇ ਦੀ ਚਾਲ ਸੀ। ਉਹਨੂੰ ਪਤਾ ਸੀ ਕਿ ਜੇ ਮੈਂ ਵਾਪਸ ਜਾਣਾ ਇੰਗਲੈਂਡ, ਮੈਂ ਉੱਥੇ ਚੈਨ ਦੀ ਜ਼ਿੰਦਗੀ ਜਿਉਣੀ ਆ, ਤੇ ਇਹਨਾਂ ਨੂੰ ਇੱਕ ਦੂਜੇ ਨਾਲ ਲੜਾਉਣਾ ਜ਼ਰੂਰੀ ਆ। ਅਸੀਂ ਸੋਚਿਆ ਚਲੋ ਕੋਈ ਨਹੀਂ, ਲੜ ਲਿਆ, ਪਾਕਿਸਤਾਨ ਬਣ ਗਿਆ, ਇੱਧਰ ਭਾਰਤ ਬਣ ਗਿਆ, ਹੌਲੀ ਹੌਲੀ ਇੱਕ ਬੰਗਲਾਦੇਸ਼ ਬਣ ਗਿਆ। ਅਸੀਂ ਸੋਚਿਆ ਚਲੋ ਕੋਈ ਨਾ, ਫਿਰ ਕੀ, ਸਰਕਾਰਾਂ ਤੇ ਹੁਣ ਆਪਣੀਆਂ ਨਾ, ਰਾਜ ਆਪਣਾ, ਹੁਣ ਤਰੱਕੀ ਕਰਾਂਗੇ। ਤਰੱਕੀ ਤੇ ਵੇਖੋ ਕੀ ਕੀਤੀ। ਲਖੀਮਪੁਰ ਵਿੱਚ 4 ਕਿਸਾਨਾਂ ਦੀ, ਇੱਕ ਪੱਤਰਕਾਰ ਦੀ ਬੜੀ ਬੇਰਹਿਮੀ ਨਾਲ ਉਹਨਾਂ ਦਾ ਕਤਲ ਹੋਇਆ। ਅਸੀਂ ਵੀ ਉੱਥੇ ਗਏ, ਕਈ ਦਿਨ ਨੀਂਦ ਨਹੀਂ ਆਈ। ਔਰ ਜਦੋਂ ਇੱਕ NDTV ਦਾ ਮੈਂ ਆਰਟੀਕਲ ਪੜ੍ਹਿਆ, ਉਸ ਆਰਟੀਕਲ ਵਿੱਚ ਜੋ ਲਿਖਿਆ ਸੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਉਹ ਆਂਦੇ ਕਿ ਜਿਹੜਾ ਇਹ ਮਿਨਿਸਟਰ ਆ ਤੇ ਜਿਹੜਾ ਇਹ ਪੁੱਤ ਆ ਉਹਦਾ, ਇਹਨੂੰ ਸਜ਼ਾ ਕਿਉਂ ਨਹੀਂ ਹੋਣੀ, ਤੇ ਉਹਨੇ ਮਿਨਿਸਟਰ ਨੂੰ ਉਹਨਾਂ ਨੇ ਲਾਉਣਾ ਕਿਉਂ ਨਹੀਂ ਆ, ਕਿਉਂਕਿ ਉਹ ਇੱਕ ਬ੍ਰਾਹਮਣ ਆ। ਇਸ ਲਈ ਨਹੀਂ ਕਿ ਉਹਦਾ ਜਿਹੜਾ ਗੁਨਾਹ ਆ ਹਜੇ ਮੰਨਿਆ ਨਹੀਂ ਗਿਆ ਕੋਰਟ ਵਿੱਚ, ਇਸ ਲਈ ਨਹੀਂ ਕਿ ਉਹਦਾ ਜਿਹੜਾ ਗੁਨਾਹ ਆ ਉਹ ਇੰਨਾ ਵੱਡਾ ਨਹੀਂ ਕਿ ਉਹਨੂੰ ਇੱਥੋਂ ਆਪਾਂ ਲਾ ਦੇਣਾ, ਇਸ ਲਈ ਨਹੀਂ ਲਾਉਣਾ ਕਿਉਂਕਿ ਇੱਕ ਵੋਟ ਬੈਂਕ ਆ, ਬ੍ਰਾਹਮਣ ਦਾ ਵੋਟ ਬੈਂਕ ਆ, ਆਪਾਂ ਗਵਾ ਨਹੀਂ ਸਕਦੇ। ਕਿਉਂਕਿ ਜਿਹੜਾ UP ਦਾ ਚੀਫ ਮਿਨਿਸਟਰ ਆ ਉਹ ਰਾਜਪੂਤ ਆ, ਇਸ ਲਈ ਬ੍ਰਾਹਮਣ ਅੱਗੇ ਆਪਣੇ ਨਾਲ ਤੰਗ ਆ। ਜੇ ਆਪਾਂ ਇਹ ਕਰਤਾ ਤੇ ਬ੍ਰਾਹਮਣ ਵੋਟ ਬੈਂਕ ਆਪਣੇ ਤੋਂ ਜਾਣਾ, ਆਪਾਂ ਲਾ ਨਹੀਂ ਸਕਦੇ। ਤੁਸੀਂ ਸੋਚੋ ਤੁਹਾਡੇ ਦੇਸ਼ ਵਿੱਚ ਅੱਜ ਵੀ ਜਿਹੜਾ ਕੋਈ ਗੁਨਾਹ ਕਰਦਾ, ਉਹਦੀ ਸਜ਼ਾ ਉਹਦੇ ਮਜ਼ਹਬ ਤੇ, ਉਹਦੇ ਕਾਸਟ ਤੇ, ਜੇ ਉਹ ਦਲਿਤ ਆ ਕਿ ਨਹੀਂ, ਉਹ ਬ੍ਰਾਹਮਣ ਆ ਕਿ ਨਹੀਂ, ਉਹ ਜੱਟ ਆ ਕਿ ਨਹੀਂ, ਉਹ ਤੇ ਡਿਸਾਈਡ ਹੁੰਦੀ ਆ। ਤੁਸੀਂ ਵੇਖੋ ਤੁਸੀਂ ਕਿੰਨੀ ਤਰੱਕੀ ਕੀਤੀ ਆ। ਮੈਂ 2 ਹਫ਼ਤੇ ਪਹਿਲਾਂ ਅਸੀਂ ਫਤਿਆਬਾਦ ਸੀ, ਹਰਿਆਣੇ ਵਿੱਚ, DC ਆਫਿਸ ਘੇਰਨਾ ਸੀ। ਉਸ ਤੋਂ ਵੀ ਪਹਿਲਾਂ ਤੁਹਾਨੂੰ ਲੈ ਜਾਣਾ ਮੱਧ ਪ੍ਰਦੇਸ਼ ਵਿੱਚ। ਹਾਂ, ਉੱਥੇ CM ਨੇ ਆਉਣਾ ਸੀ। ਅਸੀਂ ਕਿਹਾ ਨਾ, ਇਹਨੂੰ ਸਰੋਪਾ ਨਹੀਂ ਦੇਣ ਦੇਣਾ। ਮੁੰਡੇ ਇਕੱਠੇ ਹੋ ਗਏ। ਅਸੀਂ ਇੱਕ ਗੱਲ ਖਿਆਲ ਕੀਤੀ, ਮੈਂ ਕਿਹਾ ਮੁੰਡਿਓ ਇੱਕ ਗੱਲ ਧਿਆਨ ਰੱਖਿਓ, ਇਹਨਾਂ ਨੇ ਵਿੱਚੋਂ ਹਿੰਦੂ ਸਿੱਖ ਨਾ ਕੱਢ ਲੈਣਾ, ਆਪਾਂ ਬਹੁਤ ਸ਼ਾਂਤਮਈ ਕੰਮ ਕਰਨਾ, ਸਰੋਪਾ ਆਪਾਂ ਪੈਣ ਨਹੀਂ ਦੇਣਾ, ਪਰ ਜੋ ਆਪਾਂ ਇੱਥੇ ਕਰਨਾ ਬਹੁਤ ਸ਼ਾਂਤਮਈ ਕਰਨਾ। ਸ਼ਾਂਤਮਈ ਹੋਇਆ, ਚਲੋ ਕਿਸੇ ਨਾ ਕਿਸੇ ਤਰੀਕੇ ਸਰੋਪਾ ਨਹੀਂ ਪਿਆ ਉਹਨੂੰ, CM ਨੂੰ, ਮੱਧ ਪ੍ਰਦੇਸ਼ ਦੇ ਨੂੰ। ਅਸੀਂ ਉੱਥੋਂ ਨਿਕਲ ਗਏ। ਪਰ ਫਤਿਆਬਾਦ ਮੈਂ DC ਦੇ ਆਫਿਸ ਦੇ ਸਾਹਮਣੇ ਗੱਲ ਕੀਤੀ, ਮੈਂ ਕਿਹਾ ਇੱਕ ਨਵੀਂ ਚਾਲ ਚਲਾਉਣ ਨੂੰ ਫਿਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਇਹ ਹਿੰਦੂ ਸਿੱਖ ਨੂੰ ਹੁਣ ਲੜਾ ਨਹੀਂ ਪਾ ਰਹੇ, ਇਹ ਪੰਜਾਬ ਹਰਿਆਣੇ ਨੂੰ ਲੜਾ ਨਹੀਂ ਪਾ ਰਹੇ। ਬੜਾ ਇਹਨਾਂ ਨੇ ਉਹ ਕਿਹੜੀ ਨਹਿਰ KMP ਕਿਹੜੀ ਨਹਿਰ SKM ਕਿਹੜੀ
SYL ਤੇ ਬੜਾ ਜ਼ੋਰ ਲਾਤਾ, ਨਹੀਂ ਕਰ ਪਾ ਰਹੇ। ਹੁਣ ਜਿਹੜੀ ਇਹਨਾਂ ਦੀ ਰਣਨੀਤੀ ਆ ਉਹ ਆ ਦਲਿਤ ਭਾਈਚਾਰਾ। ਕਿਸੇ ਨਾ ਕਿਸੇ ਤਰੀਕੇ ਜਿਹੜਾ ਦਲਿਤ ਭਾਈਚਾਰਾ, ਜਿਹੜਾ ਸਾਡਾ ਮਾਣ ਆ, ਇਹ ਦੇਸ਼ ਦਾ ਮਜ਼ਦੂਰ ਆ, ਜਿਹੜਾ ਇਹ ਦੇਸ਼ ਨੂੰ ਚਲਾ ਰਿਹਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਇਹ ਅੰਦੋਲਨ ਤੋਂ ਤੋੜਨਾ। ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਤਰੀਕਾ ਹੋਊਗਾ, ਪਰ ਬੜਾ ਹੀ ਦੁੱਖ ਹੋਇਆ। ਜੋ ਤਰੀਕਾ ਉਹਨਾਂ ਨੇ ਵਰਤਿਆ, ਜੋ ਦੱਸਿਆ ਜਾ ਰਿਹਾ, ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਬੜੇ ਲੋਕਾਂ ਦੇ ਫੋਨ ਆ ਜਾਂਦੇ, ਡਾਕਟਰਾ ਉਹ ਚੀਜ਼ ਬਾਰੇ ਗੱਲ ਨਾ ਕਰੀ, ਕਿਉਂਕਿ SKM ਦੇ ਰਿਵਿਊ 'ਚ ਆ, ਅਕਾਲ ਤਖਤ ਨੂੰ ਵੀ ਅਸੀਂ ਅਪੀਲ ਕੀਤੀ ਆ ਕਿ ਇਹ ਚੀਜ਼ ਬਾਰੇ ਨੋਟਿਸ ਲਓ, ਇਹਦੇ ਉੱਪਰ ਤੁਹਾਡਾ ਬਿਆਨ ਬਹੁਤ ਜ਼ਰੂਰੀ ਆ, ਜੋ ਕੁਝ ਹੋਇਆ ਸਿੰਘੂ ਬਾਰਡਰ ਤੇ। ਪਰ ਮੈਂ ਇੰਨੀ ਗੱਲ ਕਰੂੰਗਾ ਜ਼ਰੂਰ ਕਿ ਮੈਨੂੰ ਨਹੀਂ ਪਤਾ ਕਿ ਅੱਜ ਦੀ ਸਰਕਾਰ ਵੀ ਇੰਨੀ ਗਿਰ ਸਕਦੀ ਆ। ਆਂਦੇ 20 ਬੰਦੇ, ਜੋ ਦੱਸਿਆ ਜਾ ਰਿਹਾ ਕਿ 20 ਬੰਦਿਆਂ ਨੂੰ ਪੈਸੇ ਦਿੱਤੇ ਗਏ, ਇੱਕ ਵਿੱਚੋਂ ਫੜਿਆ ਗਿਆ, ਗਰੀਬ ਦਾ ਉਹਨਾਂ ਨੇ ਕਿੱਦਾਂ ਇਸਤੇਮਾਲ ਕੀਤਾ। ਪਰ ਮੈਂ ਇੱਕ ਗੱਲ ਤੁਹਾਨੂੰ ਕਰੂੰਗਾ, ਬੇਅਦਬੀ ਕਿਹਦੀ ਹੋਈ? ਸਾਡੇ ਗ੍ਰੰਥ ਦੇ ਨਾਲ। ਮਰਿਆ ਕੌਣ? ਇੱਕ ਸਿੱਖ। ਮਾਰਿਆ ਕਿੰਨੇ? ਸਿੱਖਾਂ ਨੇ। ਅੱਜ ਜੇਲ੍ਹ 'ਚ ਕੌਣ ਆ? ਉਹ ਕਤਲ ਦੇ ਕਰਕੇ ਸਾਡੇ ਸਿੱਖ। ਗੋਰਾ ਅੰਗਰੇਜ਼ ਇੰਗਲੈਂਡ 'ਚ 84 ਆਪਣਾ 47 ਤੋਂ ਬਾਅਦ ਮਰੇ ਕੌਣ? ਅਸੀਂ। ਅੱਜ ਕੌਣ ਮਰਿਆ? ਅਸੀਂ। ਜਿਹੜੇ ਇੰਟਰਨੈਟਾਂ ਤੇ ਇੰਨੇ ਜ਼ਿਆਦੇ ਫੇਕ ਅਕਾਊਂਟ ਬਣ ਕੇ ਇਹ ਗੱਲਾਂ ਦਾ ਇਹ ਕਰ ਰਿਹਾ ਕਿ ਪਤਾ ਨਹੀਂ ਬੜੀ ਵੱਡੀ ਗੱਲ ਹੋ ਗਈ। ਮੈਂ ਉਹਨਾਂ ਨੂੰ ਇਹ ਸਮਝਾਵਾਂ, ਤੁਸੀਂ ਸੋਚੋ ਇਹ ਗੱਲ ਨੂੰ। ਮਰਿਆ ਕੌਣ? ਜੇਲ੍ਹ 'ਚ ਕੌਣ? ਬੇਅਦਬੀ ਕਿਹਦੇ ਨਾਲ ਹੋਈ? ਤੇ ਜਿਨ੍ਹਾਂ ਨੇ ਸਭ ਕੁਝ ਕਰਾਇਆ ਉਹ ਕਿੱਥੇ? ਘਰਾਂ 'ਚ ਬੈਠੇ ਤਮਾਸ਼ਾ ਵੇਖਣ ਦੇ ਤੁਹਾਡਾ। ਸਮਝੋ। ਪਰ ਮੈਂ ਇਹ ਚੀਜ਼ ਦੇ ਉੱਪਰ ਹੋਰ ਟਿੱਪਣੀ ਨਹੀਂ ਕਰੂੰਗਾ, ਪਰ ਮੈਂ ਇੱਕ ਗੱਲ ਜ਼ਰੂਰ ਕਰੂੰਗਾ। ਇਹ ਬੇਅਦਬੀ ਪਹਿਲੀ ਵਾਰੀ ਹੋਈ ਨਾ, ਇਹ ਹੁੰਦੀ ਆ ਰਹੀ ਆ। ਅਸੀਂ ਬੜੇ ਧਰਨੇ ਮਾਰੇ ਉਹ ਚੀਜ਼ ਦੇ ਉੱਪਰ, ਸਰਕਾਰਾਂ ਤੋਂ ਮੰਗਾਂ ਮੰਗੀਆਂ, ਹੱਥ ਜੋੜੇ ਬਈ ਇਦਾਂ ਨਾ ਕਰੋ। ਇਹ ਜਿਹੜੇ ਗ੍ਰੰਥ ਆ, ਸਾਡੇ ਪਵਿੱਤਰ ਗ੍ਰੰਥ ਆ, ਅਸੀਂ ਇਹਨਾਂ ਦਾ ਬਹੁਤ ਮਾਣ ਤਾਣ ਕਰਦੇ ਆ, ਇਹਨਾਂ ਤੋਂ ਸਭ ਕੁਝ ਸਿੱਖਦੇ ਆ। ਇਦਾਂ ਨਾ ਹੋਣ ਦਿਓ, ਐ ਨਾ ਕਰੋ ਸਰਕਾਰੋ। ਇਦਾਂ ਤੁਹਾਨੂੰ ਪਤਾ ਤੁਹਾਡੇ ਟੇਬਲਾਂ ਤੇ ਰਿਪੋਰਟਾਂ ਪਈਆਂ ਕਿ ਇਹ ਬੇਅਦਬੀਆਂ ਕਿਹਨਾਂ ਨੇ ਕਰਾਈਆਂ, ਕੁਝ ਕਰ ਲੋ ਨਾ। ਇਹ ਸਭ ਨੂੰ ਪਤਾ ਸੀ ਕਿ ਜਦੋਂ 5 ਸਾਲ ਪਹਿਲਾਂ ਜਦੋਂ ਇਹ ਸਰਕਾਰ ਆਈ, 4.5 ਸਾਲ ਪਹਿਲਾਂ, ਉਦੋਂ ਕਿਹਾ ਗਿਆ ਸੀ ਕਿ ਇਹਨਾਂ ਨੇ 6 ਮਹੀਨੇ ਰਹਿਣ ਤੋਂ ਪਹਿਲਾਂ ਇਹਨਾਂ ਨੇ ਰਿਪੋਰਟਾਂ ਕਢਾ ਦੇਣੀਆਂ, ਜਾਂ ਬਾਦਲ ਜਾਂ ਮਜੀਠੀਆ ਇਹਨਾਂ ਨੇ ਜੇਲ੍ਹ 'ਚ ਕਰ ਦੇਣਾ। ਇਸ ਤੋਂ ਬਾਅਦ ਉਹਨਾਂ ਨੇ ਫਿਰ ਸਰਕਾਰ ਬਣਾ ਲਈ। ਇਹ ਗੱਲਾਂ ਹੋਈਆਂ, ਪਰ ਮੈਨੂੰ ਨਹੀਂ ਪਤਾ ਸੀ ਉਹ ਰਿਐਲਿਟੀ ਹੋਊਗੀ, ਕਿ ਉਹ ਵਾਕਈ ਉਹ ਗੇਮ ਖੇਡ ਰਹੇ ਨੇ। ਕਿ 5 ਸਾਲ 6 ਸਾਲ 7 ਸਾਲ ਦਾ ਟਾਈਮ ਹੋ ਗਿਆ, ਹਜੇ ਤੱਕ ਜਿਨ੍ਹਾਂ ਨੇ ਬੇਅਦਬੀ ਕੀਤੀ ਉਹ ਜੇਲ੍ਹਾਂ 'ਚ ਨਹੀਂ ਆ। ਲੋਕ ਰੋ ਰਹੇ ਆ ਕਿ ਸਾਡੇ ਨਾਲ ਗਲਤ ਹੋ ਰਿਹਾ, ਸਾਡੇ ਧਰਮ ਦੇ ਨਾਲ ਧੋਖਾ ਹੋ ਰਿਹਾ, ਸਾਡੇ ਧਰਮ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਆ। ਸਮਝ ਲਓ, ਸਾਨੂੰ ਤੋੜਨ ਦੇ ਆ। ਇਹ ਜਿਹੜਾ ਖੇਡ ਖੇਡਿਆ ਇਹਨਾਂ ਨੇ, ਇਹ ਉਹੋ ਹੀ ਖੇਡ ਖੇਡਿਆ ਜਿਹੜਾ ਕਦੀ ਗੋਰਾ ਖੇਡਦਾ ਸੀ। ਇਹ ਤੁਹਾਨੂੰ ਤੋੜਨ ਦੀ ਆਖਰੀ ਕੋਸ਼ਿਸ਼ ਆ। ਪਰ ਜੇ ਤੁਸੀਂ ਅੱਜ ਸੰਭਲ ਗਏ, ਇਹ ਚੀਜ਼ ਨੂੰ ਸਮਝ ਲਿਆ ਕਿ ਇਹ ਕੀ ਕਰ ਰਹੇ ਆ, ਇਹਨਾਂ ਦੀ ਰਣਨੀਤੀ ਕੀ ਆ, ਕਿਉਂਕਿ ਵੀਰੋ ਸਾਰੇ ਦੇਸ਼ ਵਿੱਚ ਨਹੀਂ, ਸਾਰੀ ਦੁਨੀਆ 'ਚ ਤੁਹਾਡੇ ਚਰਚੇ ਆ। ਕਿਉਂਕਿ ਲੋਕ ਉਦੋਂ ਲੜਦੇ ਆ ਜਦੋਂ ਲੜਾਈ ਉਹਨਾਂ ਦੇ ਘਰ ਤੱਕ ਪਹੁੰਚ ਜਾਂਦੀ ਆ। ਇਹ ਪਹਿਲੀ ਵਾਰੀ ਹੋਇਆ ਕਿ ਲੋਕਾਂ ਨੇ ਕਿਸੇ ਗੰਦੀ ਰਣਨੀਤੀ ਸਮਝ ਲਈ। ਇਹਨਾਂ ਦੀ ਗੰਦੀ ਰਣਨੀਤੀ ਸਮਝ ਕੇ 3 4 5 10 ਸਾਲ ਪਹਿਲਾਂ ਹੀ ਉਹ ਲੜਾਈ ਸ਼ੁਰੂ ਕਰਤੀ ਹੈ। ਗੁਲਾਮ ਬਣ ਤੋਂ ਪਹਿਲਾਂ ਹੀ ਲੜਾਈ ਸ਼ੁਰੂ ਕਰਤੀ ਹੈ। ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਚਾਹੁੰਦਾ ਜੇ ਮੇਰੇ ਕੋਲ ਲੰਬਾ ਟਾਈਮ ਹੁੰਦਾ ਮੈਂ ਤੁਹਾਡੇ ਨਾਲ ਫਾਰਮ ਲਾਜ਼ ਬਾਰੇ ਵੀ ਗੱਲ ਕਰ ਸਕਦਾ, ਪਰ ਮੈਨੂੰ ਲੱਗਦਾ ਕਿ ਪ੍ਰੋਗਰਾਮ ਬਹੁਤ ਹੋਰ ਵੀ ਆ, ਮੈਂ ਉਹਦੇ ਵਿੱਚ ਨਹੀਂ ਪੈਂਦਾ। ਮੈਂ ਇੰਨੀਆਂ ਹੀ ਗੱਲਾਂ ਕਰਦਾ ਕਿ ਸਮਝ ਲਓ ਇਹਨਾਂ ਦੀ ਰਣਨੀਤੀ। ਮੈਂ ਫਾਰਮ ਲਾਜ਼ ਦੀ ਨਹੀਂ ਗੱਲ ਕਰੂੰਗਾ, ਮੈਂ ਟਰਾਈ ਕਰੂੰਗਾ ਮੈਂ ਆਪਣੇ ਕੀ ਉਹਨੂੰ ਆਂਦੇ ਹੁੰਦੇ ਆ ਆਨਲਾਈਨ ਆਪਣੇ ਇੰਸਟਾਗ੍ਰਾਮ ਇਹੋ ਜਿਹੀਆਂ ਚੀਜ਼ਾਂ ਤੇ ਪਾਉਣ ਦੀ ਕੁਛ ਨਾ ਕੁਛ, ਕਿ ਜੇ ਕਿਸੇ ਨੂੰ ਹਜੇ ਵੀ ਨਹੀਂ ਪਤਾ ਕਿ ਇਹ ਜਿਹੜੇ ਖੇਤੀ ਕਾਨੂੰਨ ਆ ਇਹਨਾਂ ਨੇ ਸਾਨੂੰ ਕਿੱਦਾਂ ਮਾਰਨਾ, ਤੇ ਜ਼ਰੂਰ ਉਹ ਚੀਜ਼ ਦੀ ਗੱਲ ਸੋਚ ਲਿਓ, ਉਹ ਪੜ੍ਹ ਲਿਓ, ਕਿਉਂਕਿ ਇਹ ਨਾ ਹੋਵੇ ਤੁਸੀਂ ਗੁਲਾਮ ਬਣ ਜਿਓ। ਇੱਕ ਹੋਰ ਗੱਲ ਪਤਾ ਲੱਗੀ, ਆਂਦੇ ਇੱਕ ਕੋਈ ਸਿਆਸੀ ਰੈਲੀ, ਅੱਜ ਸਿਆਸੀ ਰੈਲੀ ਤੇ ਆਂਦੇ ਵਾਹਵਾ ਗੱਡੀਆਂ ਗਈਆਂ। ਮੈਂ ਉਹ ਲੋਕਾਂ ਨੂੰ ਪੁੱਛਣਾ ਚਾਹੁੰਦਾ, ਵੇਖੋ ਮੈਂ ਕਿਸੇ ਸਿਆਸੀ ਪਾਰਟੀ ਦੇ ਖਿਲਾਫ ਨਹੀਂ, ਐਟ ਦੀ ਐਂਡ ਆਫ ਦ ਡੇ ਸਾਨੂੰ ਵੀ ਆਪਾਂ ਵੀ ਵੋਟ ਪਾਉਣੀ ਹੁੰਦੀ ਆ, ਵੋਟ ਪਾਉਂਦੇ ਆ, ਉਹ ਕੋਈ ਗੱਲ ਨਹੀਂ, ਪਰ ਆਹ ਵਾਲਾ ਟਾਈਮ ਉਹ ਸੀ ਨਹੀਂ। ਅੱਜ ਦਾ ਟਾਈਮ ਸੀ ਆਪਣੇ ਆਪ ਲਈ ਖਿਲਾਉਣ ਲਈ, ਆਪਣੇ ਆਪ ਪੁਸ਼ਤਾਂ ਨੂੰ ਬਚਾਉਣ ਲਈ। ਆਂਦੇ ਸਿਆਸੀ ਰੈਲੀ ਤੇ ਗਏ ਆ, ਜਿਹੜੇ ਉਹ ਵੀਰ ਸਿਆਸੀ ਰੈਲੀ ਤੇ ਗਏ ਆ, ਜੇ ਤੁਹਾਡੀ ਜਾਣ ਪਛਾਣ ਚ ਉਹਨਾਂ ਨੂੰ ਇੱਕ ਗੱਲ ਪੁੱਛੋ, ਅੱਜ ਜਦੋਂ ਸਿਆਸੀ ਰੈਲੀ ਤੇ ਗਏ ਉੱਥੇ ਕੀ ਗੱਲਬਾਤ ਹੋਈ ਆ, ਉਹਨਾਂ ਨੂੰ ਪੁੱਛਿਓ ਤੁਸੀਂ ਸਿਆਸੀ ਰੈਲੀ ਤੇ ਗਏ ਹੋ,
ਉਹ ਰੈਲੀ ਤੇ ਉਹਨਾਂ ਨੇ ਕੀ ਕਿਹਾ ਕਿ ਅਸੀਂ ਪੰਜਾਬ ਨੂੰ ਕਿੱਦਾਂ ਵੇਚਿਆ ਪਿਛਲੇ 25 ਸਾਲਾਂ 'ਚ, ਅਸੀਂ ਇੱਥੇ ਚਿੱਟੇ ਦਾ ਵਪਾਰ ਕਿੱਦਾਂ ਕੀਤਾ, ਬੱਚਿਆਂ ਨੂੰ ਨਸ਼ਿਆਂ ਤੇ ਕਿੱਦਾਂ ਲਾਇਆ। ਇਹ ਗੱਲ ਹੋਈ ਸੀ। ਆਪਣੇ ਜਿਹੜੇ ਪਿੰਡਾਂ ਦੇ ਸਕੂਲ ਜਿੱਥੋਂ ਸਾਡੇ ਬੱਚਿਆਂ ਨੇ ਡੀਸੀ ਬਣਨਾ ਸੀ, ਉਹ ਗੱਲ ਹੋਈ ਸੀ। ਆਪਣੇ ਟੀਚਰਾਂ ਨੂੰ ਕਿੱਦਾਂ ਚੰਡੀਗੜ੍ਹ ਲੈ ਕੇ ਗਏ, ਉੱਥੇ ਕੁੱਟਿਆ ਕਿਉਂਕਿ ਉਹਨਾਂ ਨੂੰ ਆਪਾਂ ਉਹਨਾਂ ਦੀ ਜਿਹੜੀ ਡੇਲੀ ਵੇਜਸ ਵੀ ਨਹੀਂ ਦੇ ਸਕਦੇ, ਉਹ ਗੱਲ ਕੀਤੀ ਸੀ। ਕਿੱਦਾਂ ਇਹਨਾਂ ਨੂੰ ਸੜਕਾਂ ਤੇ ਨਾਲੀਆਂ ਵਿੱਚ ਹੀ ਵਾੜਨਦੇ ਆ ਜਦੋਂ ਦੀ ਆਜ਼ਾਦੀ ਹੋਈ ਆ, ਉਹ ਗੱਲ ਹੋਈ ਸੀ। ਕਿ ਕਿਤੇ ਹੋਰ ਗੱਲ ਕੋਈ ਕਰਤੀ ਕਿ ਅਸੀਂ ਬੇਦਬੀ ਕਿੱਦਾਂ ਕਰਾਈ ਆ, ਇਹ ਗੱਲ ਹੋਈ ਸੀ। ਅਸੀਂ ਇਹਨਾਂ ਦਾ ਪੰਥ ਕਿੱਦਾਂ ਰੋਲਣਾ, ਇਹ ਗੱਲ ਹੋਈ ਸੀ। ਕਿਹੜੀਆਂ ਗੱਲਾਂ ਕਰਨ ਗਏ ਹੋ, ਇੱਕ ਵਾਰੀ ਪੁੱਛੋ ਜ਼ਰੂਰ, ਕਿਉਂਕਿ ਤੁਸੀਂ ਉੱਥੇ ਨਹੀਂ ਗਏ ਜਿੱਥੇ ਲੜਾਈ ਲੜਦੀ ਆਉਂਦੀ ਹੈ, ਜਿੱਥੇ ਕੌਮ ਦੀ ਲੜਾਈ ਲੜਦੇ ਆ, ਦੇਸ਼ ਦੀ ਲੜਾਈ ਲੜਦੇ ਆ, ਆਉਣ ਵਾਲੀਆਂ ਨਸਲਾਂ ਦੀ ਲੜਾਈ ਲੜਦੇ ਆ। ਤੁਸੀਂ ਉੱਥੇ ਨਹੀਂ ਗਏ, ਤੁਸੀਂ ਉੱਥੇ ਗਏ ਜਿੱਥੇ ਗੱਲ ਕਰਨੀ ਸੀ ਚਿੱਟਾ ਕਿੱਦਾਂ ਵੇਚਿਆ ਜਾਣਾ, ਆਉਣ ਵਾਲੇ ਟਾਈਮ 'ਚ ਹੋਰ ਕਿੱਦਾਂ ਵੇਚਣਾ, ਤੁਹਾਡੇ ਘਰ ਕਿੱਦਾਂ ਵੇਚਣੇ, ਤੁਹਾਡੀ ਜ਼ਮੀਨ ਕਿੱਦਾਂ ਵੇਚਣੀ। ਭੁੱਲ ਗਏ ਮੀਟਿੰਗਾਂ ਹੋਈਆਂ ਸੀ ਇੱਥੇ ਉਹੀ ਦਾਨੀ ਬਾਨੀ ਦੀਆਂ, ਪਰ ਪਤਾ ਨਹੀਂ ਸਾਨੂੰ ਕੀ ਹੋ ਗਿਆ। ਜੇ ਤੁਸੀਂ ਪੁੱਛਿਆ ਨਹੀਂ ਤੇ ਤੁਸੀਂ ਗੁਲਾਮ ਹੀ ਚੰਗੇ ਹੋ। ਪਰ ਇੱਕ ਗੱਲ ਯਾਦ ਰੱਖਿਓ, ਜਿੰਨੇ ਵੀ ਬੱਚੇ, ਤੁਹਾਡੇ ਬੱਚਿਆਂ ਦੇ ਬੱਚੇ, ਜਿਹੜਾ ਵੀ ਕੋਈ ਪੜ ਗਿਆ ਸ਼ਾਇਦ ਉਹ ਦੇਸ਼ ਛੱਡ ਕੇ ਚਲ ਜਾਏ। ਜਿੱਦ ਕੋ ਵੀ ਇਸ ਵੇਲੇ ਜਿੱਦ ਕੋ ਵੀ ਹੈਗਾ ਕਿ ਮੇਰੇ ਕੋਲ 2-4 ਪੁਆਇੰਟ ਆਈਲੈਟਸ ਦੇ ਆ ਜਾਂਦੇ ਆ, ਉਹ ਦੇਸ਼ ਛੱਡਣ ਦਿਆ। ਵੱਡੇ ਵੱਡੇ ਮਹਿਲ ਵੀ ਖਾਲੀ ਹੋ ਗਏ। ਜਿਹੜਾ ਗਰੀਬ ਹੈ ਦਿਨੋਂ ਦਿਨ ਹੋਰ ਗਰੀਬ ਹੋਣਾ। ਖੇਤੀ ਕਾਨੂੰਨਾਂ ਦੀ ਮੈਂ 2 ਮਿੰਟ ਗੱਲ ਕਰੂੰਗਾ ਕਿ ਕਿੱਦਾਂ ਮਾੜੇ ਆ। ਨੰਬਰ 1, ਕਿਉਂਕਿ ਮੇਰੇ ਕੋਲ ਰਿਹਾ ਨਹੀਂ ਗਿਆ, APMC ਆ। APMC ਚੀਜ਼ ਵਿਕਦੀ ਆ, ਉਤੋਂ ਸਰਕਾਰ ਨੂੰ ਟੈਕਸ ਮਿਲਦਾ, ਟੈਕਸ ਦਿੰਦਾ ਜਿਹੜਾ ਜਿੰਨੇ ਖਰੀਦਣੀ ਹੁੰਦੀ ਆ, ਉਹ ਟੈਕਸ ਤੋਂ ਤੁਹਾਡੀਆਂ ਜਿੰਨੀਆਂ ਵੀ ਸੜਕਾਂ ਉਹ ਤੋਂ ਬਣਦੀਆਂ, ਸਰਕਾਰ ਨਹੀਂ ਦਿੰਦੀ, ਤੁਹਾਡੀਆਂ ਮੰਡੀਆਂ ਚੋਂ ਬਣਦੀਆਂ। ਨੰਬਰ 1, APMC ਦੇ ਜੋ ਚੀਜ਼ ਬਾਹਰ ਵਿਕਣੀ ਆ ਉਹਦਾ ਲਿਖਾਈ ਪੜਤ ਕੋਈ ਨਹੀਂ ਹੋਣੀ, ਟੈਕਸ ਕੋਈ ਨਹੀਂ ਹੋਣਾ, ਤੁਹਾਡੀਆਂ ਸੜਕਾਂ ਨਹੀਂ ਬਣਨੀਆਂ, ਕਿਸੇ ਨੇ ਨਹੀਂ ਬਣਾਉਣੀਆਂ। ਨੰਬਰ 2, ਕੰਟਰੈਕਟ ਫਾਰਮਿੰਗ। ਤੁਸੀਂ ਵੇਖ ਲਿਆ ਹਿਮਾਚਲ 'ਚ ਕੀ ਹੋਇਆ। ਤੁਸੀਂ ਆਲੂ ਗਰੋ ਕਰਨਾ ਤੀਜੇ ਸਾਲ 'ਚ, ਕਿਉਂਕਿ ਤੁਹਾਡੀ APMC ਨਹੀਂ, ਤੁਹਾਡੀ ਮੰਡੀ ਨਹੀਂ, ਤੁਸੀਂ ਜਾਣਾ ਬਈ ਮੇਰਾ आलू ले लो दानी जी। उन्होंने कहा नहीं नहीं यार ये टेढ़ा लगता है, ये नहीं लेंगे, इसको मैं 2 रुपए दूंगा। तो कहना कोई ना मैं SDM को जाना। SDM ने कहना मारो डंडे सिर च। क्या ही ना उत्थे करनाल च SDM ने सिर च मारो डंडे, SDM ने कहना मारे सिर च डंडे। शायद उन्हें उदों कहूगा तुहाडी जात तुहानूं याद कराऊगा उदों। फिर गल हो गई होर्डिंग दी, ਵੱਡੇ ਵੱਡੇ ਗੋਦਾਮ ਬਣ ਗਏ ਆ। ਹੁਣ ਗੱਲ ਸੋਚੋ, ਮੰਡੀਆਂ ਇਹਨਾਂ ਦੀਆਂ, ਸੜਕਾਂ ਤੇ ਜਿੱਥੋਂ ਸਮਾਨ ਜਾਣਾ ਉਹ ਇਹਨਾਂ ਦਾ, ਜਿਹੜੇ ਗੋਦਾਮਾਂ 'ਚ ਸਮਾਨ ਆ ਉਹ ਇਹਨਾਂ ਦਾ, ਜਿਹੜੇ ਸਮਾਨ ਜਿਹੜੇ ਬੰਦਰਗਾਹਾਂ ਤੋਂ ਬਾਹਰ ਜਾਣਾ ਉਹ ਬੰਦਰਗਾਹਾਂ ਇਹਨਾਂ ਦੀਆਂ, ਜਿਹੜੇ ਜਹਾਜ਼ਾਂ 'ਚ ਜਾਣਾ 에ਅਰ ਇੰਡੀਆ ਉਹ ਇਹਨਾਂ ਦਾ। ਹੁਣ ਬੰਦਰਗਾਹ ਇਹਨਾਂ ਦੀਆਂ, ਸੜਕਾਂ ਇਹਨਾਂ ਦੀਆਂ, ਗੋਦਾਮ ਇਹਨਾਂ ਦੇ, ਖੇਤ ਇਹਨਾਂ ਦੇ। ਤੁਸੀਂ ਗੁਲਾਮ ਹੋਣਾ ਜੋ ਗੋਰੇ ਨੇ ਕੀਤਾ, ਇਹ ਗੋਰਿਆਂ ਦੇ ਪੁੱਤ ਆ, ਇਹ ਉਹੀ ਕਰਨ ਦੇ ਤੁਹਾਡੇ ਨਾਲ। ਜੇ ਸਮਝ ਗਏ ਤੇ ਸਮਝ ਲਿਓ, ਗੋਦਾਮ ਵਿੱਚੋਂ, ਦੇਸ਼ ਵਿੱਚੋਂ ਜੋ ਬਾਹਰ ਜਾਣਾ, ਜੋ ਅੰਦਰ ਜਾਣਾ, ਇਹਨਾਂ ਦੇ ਹੱਥ ਨਹੀਂ, ਤੁਹਾਡੇ ਸਰਕਾਰਾਂ ਦੇ ਹੱਥ ਨਹੀਂ ਹੋਣਾ, ਇਹਨਾਂ ਦੇ ਹੱਥ 'ਚ ਹੋਣਾ। ਇੱਥੋਂ ਤੁਹਾਡਾ ਸਮਾਨ ਜਾਣਾ ਬਾਹਰਲੇ ਦੇਸ਼ਾਂ 'ਚ, ਇਹਨਾਂ ਨੇ ਕਹਿਣਾ 10 ਕਾਪੀ ਤੇ ਲਿਖ ਦੇਣਾ 10 ਡੱਬੇ ਗਏ, ਉਹ 'ਚ ਭਾਵੇਂ 100 ਜਾਣ 200 ਜਾਣ। ਹੁਣ ਇਹਦੀ ਕੀ ਗੱਲ, ਨਾ ਉੱਤੇ GST ਨਾ ਉੱਤੇ ਟੈਕਸ, ਤੁਹਾਡਾ ਦੇਸ਼ ਹੋ ਜਾਣਾ ਖੋਖਲਾ। ਬਾਹਰ ਗਿਆ ਜਿਹੜਾ ਸਮਾਨ ਉਹਦਾ ਤੁਹਾਨੂੰ ਪੈਸਾ ਬਾਹਰਲੇ ਵਾਪਸ ਆਊਗਾ? ਕਦੀ ਵੀ ਨਹੀਂ। ਕਿਉਂ ਨਹੀਂ? ਕਿਉਂਕਿ ਪੇਪਰ 'ਚ ਨਹੀਂ ਹੋਇਆ, ਸਾਰਾ ਕਾਲਾ ਧਨ ਹੀ। ਉਹ ਇਨਵੈਸਟ ਹੋਣਾ ਬਾਹਰਲੇ ਦੇਸ਼ਾਂ 'ਚ, ਤੁਹਾਡਾ ਸਭ ਕੁਝ ਵਿਕ ਜਾਣਾ, ਜੋ ਰਹਿ ਕੋਹ ਨਹੀਂ ਜਾਣਾ। ਇਸ ਲਈ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਕਿਸਾਨੀ ਦੀ ਲੜਾਈ ਨਹੀਂ, ਇਹ ਹਰ ਇੱਕ ਭਾਰਤੀ ਦੀ ਲੜਾਈ ਆ। ਐਨੀਵਨ ਹੂ ਲਵਸ देयर ਕੰਟਰੀ, ਜਿਹੜਾ ਵੀ ਬੰਦਾ ਇਹ ਦੇਸ਼ ਨਾਲ ਪਿਆਰ ਕਰਦਾ, ਇਹ ਉਹਦੀ ਲੜਾਈ ਆ। ਜੇ ਸਮਝ ਲੋਗੇ ਤੇ ਸਿਆਣੇ ਰਹੋਗੇ। ਜੇ ਤੁਹਾਨੂੰ ਇਹ ਲੱਗਦਾ ਕਿ ਬਸ ਇਹ ਕਿਸਾਨੀ ਦੀ ਲੜਾਈ ਆ, ਜਦੋਂ ਦੇਸ਼ ਖੋਖਲਾ ਹੋਣਾ, ਸਭ ਤੋਂ ਐਂਡ ਤੇ ਕਿਸਾਨ ਨੇ ਮਰਨਾ, ਸਭ ਤੋਂ ਪਹਿਲਾਂ ਮਜ਼ਦੂਰ ਨੇ ਮਰਨਾ। ਮੇਰੀ ਗੱਲ ਯਾਦ ਰੱਖਿਓ। ਪਰ ਇਹ ਗੱਲ ਹੈ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਕਿਉਂਕਿ ਜਿੱਤੋਂ ਤੋਂ ਬਗੈਰ ਅਸੀਂ ਵੀ ਨਹੀਂ ਮੁੜਦੇ। ਜਿੱਤ ਕੇ ਆਵਾਂਗੇ, 3 ਕਾਨੂੰਨ ਵਾਪਸ ਕਰਾ ਕੇ ਆਵਾਂਗੇ। ਜੇ ਤੁਸੀਂ ਨਹੀਂ ਲੜਨਾ, ਕੋਈ ਨਾ, ਅਸੀਂ ਹੈਗੇ ਆ ਲੜਨ ਲਈ। ਵਾਹਿਗੁਰੂ ਜੀ का खालसा, वाहिगुरु जी की फतेह। आप लोगों में से बहुत लोग आंदोलन देख रहे हैं, इनकलाब देख रहे हैं। जो लोग दबे हुए थे ना, अलग अलग धर्मों के, अलग अलग जातियों के, आप लोगों में वो एक इनकलाब की किरण देख रहे हैं। तो उन लोगों को गले लगाना, उनको दूर मत होने देना। ऐसी बात है कि 2-3 दिन से मैं नेट पे ये देख रहा हूं कि यहाँ कहीं ना कहीं जाट और दलित भाईचारे को दूर करने की कोशिश हो रही है। इस चीज का ध्यान रखना, क्योंकि आने वाले चुनाव में यूपी में भी हो रहे हैं, हो सकता है इनकी चाल हो कि कहीं ना कहीं आप लोगों को बांटने की। तो अपना भाईचारा बरकरार रखना। ये हमारी लड़ाई कल जाट और जाटों की नहीं है, ये कल की लड़ाई हमारी
अपनी जमीनों की नहीं है, इस देश के भविष्य की है, जिसमें सब भाईचारे के लोग होते हैं, सब धर्मों के लोग आते हैं। इस चीज का प्लीज आप ध्यान रखना, क्योंकि इनको मालूम है ये आंदोलन आप हार नहीं सकते, लेकिन अगर इन लोगों ने आपकी एकता तोड़ दी तो यही एक तरीका है। आज का दिन ऐसा है, यूपी में, उत्तराखंड में, दुनिया में, कनाडा, अमेरिका में, आपकी जो पगड़ी है ना जाट भाई और जट्टो तुहाडी और किसान वीरों, तुहाडी जड़ी पगड़ी की चर्चा ना दुनिया भर में हो रही है, इनको चुभ रही है। तो अपना एका कायम रखना। गुरु के जो बयान थे, गुरु की जो लिखी चीज है, मानस की हम जात है, इस चीज को जरा याद रखना। ये लड़ाई कली जाट की नहीं है, हमारे दलित भाईचारे की भी है, सबकी है। जो मजदूर है, जो किसान है, उन सब के लिए, हम सबके हकों के लिए लड़ रहे हैं। लेकिन एक बात मैं हाथ जोड़ के फिर बेनती करता हूं, जो हमारा प्रशासन है, क्योंकि मैं यहाँ पे आया हूं एक डॉक्टर बन के, इसलिए आया हूं क्योंकि इंसानियत के नाम पे दाग लगा है वहां पे। पहले तो करनाल में लगा था, उसके बाद जो यूपी में हुआ वो, और आज यहाँ पे हो गया। ये चीज बर्दाश्त से बाहर है भाई। ये तो आप मुझे नहीं मालूम आप तो अपने बच्चों का चेहरा कैसे देखते हो जब आप घर जाते हो, लेकिन ये वही किसान है जिसके कारण आप रोटी खा रहे हो। पैसा कैसा कर सकते हो यार? मुझे तो या तो हमको आके बता दो, फिर से मैं बोल रहा हूँ कि या तो अपने अपना बापू चेंज कर लिया है तो फिर चलो, फिर हम भी और तरीका देखेंगे। अगर बापू महात्मा गांधी है आपका तो फिर प्लीज थोड़ा सा अपना इतिहास पढ़ लो, ये गलत काम मत करो। बातें ज्यादा हो गई हैं। आप लोगों को सलाम। वाहिगुरु जी का खालसा, वाहिगुरु जी की फतेह।